ਸੋ ਭਲਿਓ ਆਪਣੇ ਰੱਬ ਦਾ ਸ਼ੁਕਰ ਕਰੀਏ। ਐਸਾ ਰੱਬ ਜਿਹੜਾ ਬੋਲਦਾ ਹੈ, ਗੱਲਾਂ ਕਰਦਾ ਹੈ ਤੇ ਸਾਨੂੰ ਉਸ ਦੀਆਂ ਗੱਲਾਂ ਨੂੰ ਸੁਣਨ ਦਾ ਮੌਕਾ ਮਿਲਦਾ ਹੈ ਤੇ ਉਹਦੀਆਂ ਗੱਲਾਂ ਬੰਦਿਆਂ ਨੂੰ ਕਰਦੀਆਂ ਹੁਸ਼ਿਆਰ ਤੇ ਬੇਦਾਰ। ਯੂਨਾ ਨਹੀਂ ਸੀ ਜਾਂਦਾ ਨੈਨਵਾ ਨੂੰ, ਲੇਕਿਨ ਖੁਦਾ ਨੇ ਭੇਜਿਆ ਜਿਸ ਤਰ੍ਹਾਂ ਵੀ ਭੇਜਿਆ, ਤੇ ਇਸ ਕਰਕੇ ਭੇਜਿਆ ਕਿ ਮੇਰੀਆਂ ਗੱਲਾਂ ਜਾ ਕੇ ਦੱਸ ਦੇ, ਮੈਂ ਨੈਨਵਾ ਨੂੰ ਤਬਾਹ ਕਰ ਦੇਣਾ। ਤੇ ਉਹਨੇ ਜਾ ਕੇ ਦੱਸੀਆਂ ਤੇ ਨੈਨਵਾ ਸ਼ਹਿਰ ਬਚ ਗਿਆ। ਅੱਜ ਵੀ ਜਿਹੜੀਆਂ ਗੱਲਾਂ ਸਾਨੂੰ ਚੰਗੀਆਂ ਨਿੱਗੀਆਂ ਲੱਗਦੀਆਂ, ਕਿਉਂਕਿ ਪੌਲੁਸ ਰਸੂਲ ਜਦੋਂ ਦੂਸਰਾ ਖਤ ਲਿਖਦਾ ਤਿਮੋਥੀਉਸ ਨੂੰ 4 ਬਾਬ ਪਹਿਲੀ ਐਤ ਤੋਂ ਪੜ੍ਹ ਲਈਏ ਤੇ ਖਤ ਦੇ ਵਿੱਚ ਲਿਖਿਆ, ਖਾ ਬੰਦਾ ਮਰ ਜਾਵੇ ਜਾਂ ਜ਼ਿੰਦਾ ਹੋਵੇ, ਉਹਨੂੰ ਅਦਾਲਤ ਦੇ ਵਿੱਚ ਆਉਣਾ ਪਵੇਗਾ, ਕਿਉਂਕਿ ਉਹ ਜ਼ਿੰਦਿਆਂ ਤੇ ਮੁਰਦਿਆਂ ਦੀ ਅਦਾਲਤ ਕਰੇਗਾ। ਤੇ ਉਸ ਨੂੰ ਗਵਾਹ ਕਰਕੇ ਰਸੂਲ ਨੇ ਆਖਿਆ, ਮੈਂ ਤੈਨੂੰ ਤਕੀਦ ਕਰਨਾ ਹੈ ਕਿ ਤੂੰ ਕਲਾਮ ਦੀ ਮਨਾਦੀ ਕਰ ਲਾ। ਕਲਾਮ ਦੀ ਮਨਾਦੀ ਵਕਤ ਬੇਵਕਤ ਮੁਸਤਦ ਰਹਿ, ਹਰ ਤਰ੍ਹਾਂ ਤਹਮਲ ਨਾ, ਤਲੀਮ ਨਾ, ਮਲਾਮਤ ਨਾ, ਨਸੀਹਤ ਨਾ, ਸਮਝਾ ਦੇ। ਲੋਕਾਂ ਨੇ ਸਹੀ ਤਲੀਮ ਦੀ ਬਰਦਾਸ਼ਤ ਨਹੀਂ ਉਹ ਕਰਨੀ। ਸੁਬਹ ਮਨਾਦੀ ਕਰਨ ਵਾਲੇ ਅਗਰ ਮਨਾਦੀ ਨਹੀਂ ਕਰਦੇ ਤੇ ਫਿਰ ਉਹਨਾਂ ਨੂੰ ਜਵਾਬਦੇਹੀ ਦੇਣੀ ਪਏਗੀ। ਫਿਰ ਪਹਿਲਾ ਬਾਪ ਉਹਦੀ 20 ਐਤ ਨੂੰ ਪੜ੍ਹ ਲਓ। ਰਸੂਲ ਕਹਿੰਦਾ ਹੈ, ਮੈਂ ਜਵਾਬਦੇਹੀ ਦੀ, ਅੰਜੀਲ ਦੀ ਜਵਾਬਦੇਹੀ ਦੀ, ਸੌਰੀ ਬਈ 20 ਬਾਪ 20 ਐਤ ਨਹੀਂ, ਫਿਲਪੀਓਂ ਪਹਿਲਾ ਬਾਪ ਉਹਦੀ 12 ਐਤ ਤੋਂ ਪੜ੍ਹਨਾ ਸ਼ੁਰੂ ਕਰੀਏ ਨਾ। ਹੁਣ ਰਸੂਲ ਕੈਦੀ ਹੈ ਤੇ ਕੈਦੀਆਂ ਵਿੱਚ ਇਹ ਗੱਲ ਮਸ਼ਹੂਰ ਹੋ ਗਈ ਹੈ ਕਿ ਇਹ ਬੰਦਾ ਕਿਉਂ ਕੈਦ ਹੈ, ਤੇ ਫਿਰ ਉਹਨਾਂ ਨੂੰ ਪਤਾ ਲੱਗਾ ਇਹ ਮਸੀਹ ਦੀ ਖਾਤਰ ਕੈਦ ਹੈ। ਤੇ ਕਹਿੰਦਾ, ਅਕਸਰ ਜਿਹੜੇ ਮੇਰੇ ਭਾਈ ਹੈ, ਜਦੋਂ ਮੈਂ ਕੈਦ ਹੋ ਜਾਣਾ ਹੈ, ਦਲੇਰ ਹੋ ਕੇ ਫਿਰ ਬੇਖੌਫ ਕਲਾਮ ਸੁਣਾਉਣ ਦੀ ਜੁਰਤ ਕਰਦੇ ਨੇ। ਬਾਅਦ ਹਸਦ ਦੀ ਵਜ੍ਹਾ ਨਾਲ ਤੇ ਝਗੜੇ ਦੀ ਵਜ੍ਹਾ ਨਾਲ ਮਸੀਹ ਦੀ ਮਨਾਦੀ ਕਰਦੇ ਨੇ, ਤੇ ਬਾਅਦ ਨੇਕ ਨੀਤੀ ਨਾਲ, ਇੱਕ ਮੁਹੱਬਤ ਦੀ ਵਜ੍ਹਾ ਨਾਲ, ਇਹ ਜਾਣ ਕੇ ਕਿ ਮੈਂ ਮਸੀਹ ਦੀ ਮਨਾਦੀ ਕਰਨੀ ਹੈ, ਕਿਉਂਕਿ ਖੁਸ਼ਖਬਰੀ ਦੀ ਜਵਾਬਦੇਹੀ ਮੇਰੇ ਕੋ ਪੁੱਛਿਆ ਜਾਣਾ ਕਿ ਤੇਰੇ ਘਰ ਕਲਾਮ ਸੀ, ਤੇਰੇ ਕੋਲ ਕਲਾਮ ਸੀ, ਤੂੰ ਕਿਉਂ ਨਹੀਂ ਕਲਾਮ ਸੁਣਾਇਆ, ਤੂੰ ਕਿਉਂ ਨਹੀਂ ਮਨਾਦੀ ਕੀਤੀ। ਸੋ ਭਲਿਓ ਜਵਾਬਦੇਹੀ, ਕਲਾਮ ਨੇ ਜਵਾਬ ਮੰਗਣਾ ਹੈ ਮੇਰੇ ਕੋ ਤੁਹਾਡੇ ਕੋ। ਤੇ ਅੱਜ ਸੋਚੀਏ ਕਿ ਕਲਾਮ ਸਾਡੇ ਘਰਾਂ 'ਚ ਰੱਬ ਨੇ ਕਿਉਂ ਦਿੱਤਾ ਹੈ। ਜ਼ਿੰਦਗੀ ਵੀ ਥੋੜ੍ਹੀ ਜਿਹੀ, ਅਯੂਬ 14 ਬਾਪ ਨੂੰ ਪੜ੍ਹ ਕੇ ਵੇਖ ਲਓ, ਲਿਖਿਆ, ਇਨਸਾਨ ਜਿਹੜਾ ਔਰਤ ਤੋਂ ਪੈਦਾ ਥੋੜ੍ਹੇ ਦਿਨਾਂ ਦਾ ਏ, ਫੁੱਲ ਦੀ ਤਰ੍ਹਾਂ ਨਿਕਲਦਾ ਏ, ਫਿਰ ਕੱਟਿਆ ਜਾਂਦਾ ਏ, ਦਰਦ ਨਾਲ ਭਰਿਆ, ਸਾਏ ਦੀ ਤਰ੍ਹਾਂ ਠਹਿਰਦਾ ਹੀ ਨਹੀਂ। ਇੰਨੀ ਕੁ ਜ਼ਿੰਦਗੀ, ਥੋੜ੍ਹੀ ਜਿਹੀ ਜ਼ਿੰਦਗੀ, ਤੇ ਖੁਦਾ ਤਰਲੇ ਮਾਰਨ ਡਿਆ ਬੰਦੇ ਦੇ। ਰੋਮੀਓ 12 ਬਾਪ ਨੂੰ ਪੜ੍ਹੋ ਤੇ ਉੱਥੇ ਲਿਖਿਆ ਹੈ, ਮੈਂ ਤੁਹਾਡੇ ਅੱਗੇ ਇਲਤਮਾਸ ਕਰਨਾ। ਇਲਤਮਾਸ, ਖੁਦਾ ਇਲਤਮਾਸ ਕਰਦਾ ਬਈ। ਇਹ ਪੌਲੁਸ ਰਸੂਲ ਦੀ ਇਲਤਮਾਸ ਨਹੀਂ ਗੀ, ਕਿਉਂਕਿ ਪੌਲੁਸ ਰਸੂਲ ਦੂਸਰਾ ਕਰੰਥੀਓਂ 5 ਬਾਬ 20 ਐਚ ਕਹਿੰਦਾ, ਮੈਂ ਮਸੀਹ ਦਾ ਇਲਚੀ। ਤੇ ਮਸੀਹ 12 ਬਾਪ, ਯੋਹੰਨਾ ਦੀ ਇੰਜੀਲ 12 ਬਾਪ 47, 48, 49, 50 ਐਤ ਨੂੰ ਪੜ੍ਹ ਲਓ ਭਰਾਓ। ਉਹਦੇ ਵਿੱਚ ਸਾਫ਼ ਤੌਰ ਤੇ ਕਹਿੰਦਾ, ਖੁਦਾ ਮੈਨੂੰ ਜੋ ਕਹਿੰਦਾ ਮੈਂ ਉਹ ਬੋਲਣਾ। ਉਹਨੇ ਮੈਨੂੰ ਭੇਜਿਆ ਕਿ ਮੈਂ ਕੀ ਕਵਾਂ ਤੇ ਕੀ ਬੋਲਾਂ, ਤੇ ਜੋ ਕੁਝ ਉਹ ਕਹਿੰਦਾ ਮੈਂ ਕਹਿੰਦਾ ਉਹ ਬੋਲਣਾ ਵਾ, ਜੋ ਬਾਪ ਮੈਨੂੰ ਕਹਿੰਦਾ। ਤੇ ਇਸੇ ਕਰਕੇ ਪੌਲੁਸ ਰਸੂਲ ਉਹਦਾ ਇਲਚੀ ਬਣਦਾ ਹੈ, ਕਿਉਂਕਿ ਉਹਦੀਆਂ ਗੱਲਾਂ ਬਾਪ ਦੀਆਂ ਗੱਲਾਂ। ਤੇ ਫਿਰ ਬਾਪ ਹੀ ਇਲਤਮਾਸ ਕਰਦਾ ਹੈ ਮੇਰੇ ਅੱਗੇ, ਤੁਹਾਡੇ ਅੱਗੇ ਖੁਦਾ ਇਲਤਮਾਸ ਕਰਦਾ ਹੈ ਕਿ ਉੱਠ, ਆਪਣੇ ਬਦਨ ਐਸੀ ਕੁਰਬਾਨੀ ਹੋਣ ਲਈ ਨਜ਼ਰ ਕਰ, ਜਿਹੜੀ ਪਾਕ ਤੇ ਖੁਦਾ ਨੂੰ ਪਸੰਦੀਦਾ ਹੋਵੇ। ਤੇ ਉਹ ਕਿਹੜੀ ਕੁਰਬਾਨੀ ਹੈ ਬਈ? ਜ਼ਬੂਰ ਨਵੀਸ ਕਹਿੰਦਾ, ਚੜਾ ਸੱਚ ਦੀ ਕੁਰਬਾਨੀ, ਤੇਰੇ ਕੋਲੋਂ ਬੱਕਰੇ ਛੱਤਰੇ ਨਹੀਂ ਚਾਹੁੰਦਾ, ਸੱਚ ਦੀ ਕੁਰਬਾਨੀ। ਮੀਕਾ ਦੀ ਕਿਤਾਬ 6 ਬਾਪ ਦੀ 5 ਐਤ ਤੋਂ ਪੜ੍ਹਨਾ ਸ਼ੁਰੂ ਕਰੀਏ ਨਾ।
ਤੇ ਬਿਲਕ ਬਾਦਸ਼ਾਹ ਹੁਣ ਮਸ਼ਵਰਾ ਲੈਂਦਾ ਪਿਆ ਏ ਬਲਾਮ ਕੋ ਕਿ ਮੈਂ ਕੀ ਲੈ ਕੇ ਖੁਦਾਵੰਦ ਦੇ ਹਜ਼ੂਰ ਚਲੇ ਜਾਵਾਂ ਤੇ ਕਿਸ ਤਰ੍ਹਾਂ ਉਹਨੂੰ ਸਜਦਾ ਕਰਾਂ। ਕਿਆ ਮੈਂ ਹਜ਼ਾਰਾਂ ਮੈਂਡੇ ਲੈ ਜਾ, ਵੱਛੇ ਲੈ ਜਾ, ਤੇਲ ਦੀਆਂ 10,000 ਨਹਿਰਾਂ ਖੁਦਾਵੰਦ ਦੇ ਹਜ਼ੂਰ ਵਗਾ ਦਿਆਂ, ਆਪਣੀ ਜਾਨ ਦੇ ਬਦਲੇ ਆਪਣੇ ਬੱਚਿਆਂ ਨੂੰ, ਆਪਣੇ ਪਲੋਠੇ ਨੂੰ ਕੁਰਬਾਨ ਕਰਦੇ ਆ। ਫਿਰ ਖੁਦਾ ਨੇ ਉਹਨੂੰ ਦੱਸਿਆ, ਐ ਇਨਸਾਨ, ਉਸਨੇ ਤੇਰੇ ਉੱਤੇ ਨੇਕੀ ਜ਼ਾਹਰ ਕਰ ਦਿੱਤੀ ਏ ਕਿ ਤੂੰ ਇਨਸਾਫ ਕਰ, ਇਨਸਾਫ ਤੇ ਰਹਿਮ ਦਿਲੀ ਨੂੰ ਅਜ਼ੀਜ਼ ਰੱਖ, ਸਦਾਕਤ ਦੇ ਕੰਮ ਕਰ, ਇਨਸਾਫ ਇਨਸਾਫ। ਸੋ ਮੇਰੇ ਕੋ ਤੁਹਾਡੇ ਕੋ ਅੱਜ ਵੀ ਖੁਦਾ ਇਨਸਾਫ ਮੰਗਦਾ ਹੈ। ਵੇਖੋ ਖੁਦਾ ਇਨਸਾਫ ਮੰਗਣ ਡਿਆ ਕਿ ਇਨਸਾਫ ਕਰ, ਕਿਉਂਕਿ ਖੁਦਾ ਦੀ ਮਰਜ਼ੀ ਨਹੀਂ ਕਿ ਕੋਈ ਗੁਨਾਹਗਾਰ ਮਰ ਜਾਵੇ, ਬਲਕਿ ਉਹ ਚਾਹੁੰਦਾ ਹੈ ਕਿ ਹਰ ਇੱਕ ਬੰਦੇ ਦੀ ਤੋਬਾ ਤੱਕ ਨੌਬਤ ਪਹੁੰਚੇ। ਤੇ ਇਸ ਕਰਕੇ ਉਹ ਮੇਰਾ ਤੇ ਤੁਹਾਡਾ ਬਦਨ ਇਸਤੇਮਾਲ ਕਰਨਾ ਚਾਹੁੰਦਾ ਹੈ ਕਿ ਯੂਨਾ ਦੀ ਤਰ੍ਹਾਂ ਮਨਾਦੀ ਕਰ, ਤਾਂ ਕਿ ਨੈਨਵਾ ਦੇ ਲੋਕ ਬਚ ਗਏ ਸੀ, ਤੇਰੀ ਮਨਾਦੀ ਨਾਲ ਵੀ ਲੋਕ ਬਚਣਗੇ। ਤੇ ਆਪਣੇ ਮੂੰਹ ਨੂੰ ਖੋਲ, ਤੂੰ ਥੋੜੇ ਦਿਨਾਂ ਦਾ ਹੈ। ਖੁਦਾ ਤਰਲੇ ਕੱਢਣ ਡਿਆ, ਖੁਦਾ ਤਰਲੇ ਕੱਢਣ ਡਿਆ ਏ, ਇਲਤਮਾਸ ਕਰਦਾ ਪਿਆ ਏ ਕਿ ਤੂੰ ਵੀ ਆਪਣਾ ਬਦਨ ਕਰ ਪੇਸ਼। ਉਹ ਜਿਸ ਤਰ੍ਹਾਂ ਲੂਕਾ ਦੀ ਇੰਜੀਲ ਪਹਿਲਾ ਬਾਬ ਪਹਿਲੀ ਐਚ ਲਿਖਿਆ ਹੈ, ਹੁਣ ਬਹੁਤ ਸਾਰੇ ਲੋਕਾਂ ਨੇ ਕਮਰ ਬੰਨ ਲਈਏ ਕਿ ਜਿਸ ਤਰ੍ਹਾਂ ਤਰਤੀਬਵਾਰ ਕਲਾਮ ਹੈਗਾ ਉਸ ਤਰ੍ਹਾਂ ਬਿਆਨ ਕਰ ਲੈਣ, ਤੇ ਅਸੀਂ ਭੋਲੇ ਭਾਲੇ ਬਣੇ ਰਹਿੰਦੇ। ਉੱਦਾਂ ਇੰਨੀਆਂ ਗੱਲਾਂ ਕਰਨੇ, ਇੰਨੀਆਂ ਗੱਲਾਂ ਕਰਨੇ ਆ ਹੱਦ ਤੋਂ ਜ਼ਿਆਦਾ। ਪਰ ਅਫਸੋਸ, ਜ਼ਬੂਰ 119 ਉਹਦੀ 43 ਐਚ ਲਿਖਿਆ, ਹੱਕ ਗੱਲ ਨੂੰ ਮੇਰੇ ਮੂੰਹ ਤੋਂ ਜਦਾ ਨਾ ਹੋਣ ਦੇ। ਮੇਰਾ ਤਮਾਦ ਤੇਰੇ ਕਲਾਮ ਤੇ ਹੱਕ ਗੱਲ ਨਹੀਂ ਕਰਦੇ, ਗੱਲਾਂ ਦੀ ਲਾਈਨ ਬਣ ਛੱਡਨੇ। ਇੱਥੋਂ ਤੱਕ ਮੈਨੂੰ ਪਤਾ ਹੈ, ਮੈਂ ਉਸ ਵੇਲੇ ਕੁਆਰਾ ਹੀ ਸੀ, ਇੱਕ ਜਗ੍ਹਾ ਰਹਿੰਦਾ ਸੀ, ਮੈਂ ਉਸ ਜਗ੍ਹਾ ਦਾ ਨਾਂ ਨਹੀਂ ਲੈਣਾ ਚਾਹੁੰਦਾ। ਉਹ ਬੰਦਿਆਂ ਨੇ ਨਾਂ ਰੱਖਿਆ ਹੋਇਆ ਸੀਗਾ, ਉਹਦਾ ਨਾਂ ਲੈ ਕੇ ਫਲਾਨਾ ਟੇਪ, ਕਿਉਂਕਿ ਗੱਲਾਂ ਦੱਥਾ ਤੇ ਦੱਥਾ ਲਾਈ ਆਉਂਦਾ ਸੀ। ਇਸ ਤਰ੍ਹਾਂ ਅਸੀਂ ਦੱਥਾ ਤੇ ਦੱਥਾ ਲਾਈ ਆਉਂਦੇ ਹਾਂ ਗੱਲਾਂ ਦਾ, ਪਰ ਜਦੋਂ ਸੱਚ ਦੀ ਗੱਲ ਕਰਨੀ ਹੈ, ਹੱਕ ਦੀ ਗੱਲ ਕਰਨੀ ਹੈ, ਉਦੋਂ ਨਹੀਂ ਕਰਦੇ। ਤੇ ਕਰ ਲਈਏ। ਯਿਸੂ ਮਸੀਹ ਨੇ ਆਖਿਆ, ਰਾਹ ਹੱਕ ਜ਼ਿੰਦਗੀ ਮੈਂ ਉਹਦੀਆਂ ਗੱਲਾਂ ਕਰ ਲਈਏ। ਪੌਲੁਸ ਰਸੂਲ ਉਹਦਾ ਏਲਚੀ ਬਣਿਆ। ਅਸੀਂ ਝੂਠ ਬੋਲਣ ਵਾਲਿਆਂ ਦੇ ਏਲਚੀ ਬਣਨੇ ਜੇ ਬਣਨੇ ਆ। ਪਹਿਲਾ ਰੋਮੀਓ ਪਹਿਲਾ ਬਾਬ 25 ਚ ਲਿਖਿਆ, ਜਿਹਨਾਂ ਸੱਚ ਨੂੰ ਬਦਲ ਕੇ ਝੂਠ ਬਣਾ ਦਿੱਤਾ। ਬਾਈਬਲ ਦਵਾਈ ਪਾਉਂਦੀ, ਉਹ ਲੋਕੋ ਤੁਸੀਂ ਉਹਨਾਂ ਦੀ ਇਬਾਦਤ ਤੇ ਪ੍ਰਸਤਿਸ਼ ਕਰਨ ਡਏ ਹੋ, ਹਾਲਾਂਕਿ ਤੁਸੀਂ ਆਪਣਾ ਮੂੰਹ ਮੇਰੇ ਜਲਾਲ ਲਈ ਖੋਲ ਸਕਦੇ ਸੀ। ਕਿਤੇ ਕੀਮਤ ਤੇ ਵੇਖੋ। ਪਹਿਲਾ ਕਰੰਥੀਓ 6 ਬਾਬ ਤੇ 20 ਐਚ ਲਿਖਿਆ, ਤੁਸੀਂ ਕੀਮਤ ਦੇ ਨਾਲ ਖਰੀਦੇ ਹੋਏ ਹੋ ਆਪਣੇ ਬਦਨ ਤੋਂ। ਖੁਦਾ ਮੇਰਾ ਤੁਹਾਡਾ ਬਦਨ ਇਸਤੇਮਾਲ ਕਰਨਾ ਚਾਹੁੰਦਾ। ਲਿਖਿਆ, ਆਪਣੇ ਬਦਨ ਤੋਂ ਖੁਦਾ ਦਾ ਜਲਾਲ ਜ਼ਾਹਰ ਕਰਿਓ। ਤੇ ਪਹਿਲਾ ਕਰੰਥੀਓ 7 ਬਾਬ ਜਿਸ ਵੇਲੇ ਅਸੀਂ 23 ਐਤ ਨੂੰ ਪੜ੍ਹਦੇ ਹਾਂ, ਤੇ ਉੱਥੇ ਲਿਖਿਆ ਏ, ਤੁਸੀਂ ਕੀਮਤ ਨਾਲ ਖਰੀਦੇ ਗਏ ਬੰਦਿਆਂ ਦੇ ਗੁਲਾਮ ਨਾ ਬਣਿਓ। ਇੱਧਰ ਅਸੀਂ ਕਿਸੇ ਦੇ ਨਾਲ ਮਿਲ ਕੇ ਕੰਮ ਕਰਨੇ ਆ। ਪਹਿਲਾ ਕਰੰਥੀਓ 3 ਬਾਬ 9 ਚ ਲਿਖਿਆ ਹੈ, ਰਸੂਲ ਕਹਿੰਦਾ ਅਸੀਂ ਖੁਦਾ ਦੇ ਨਾਲ ਮਿਲ ਕੇ ਕੰਮ ਕਰਨੇ ਆ। ਦੂਸਰੇ ਬਨੇ ਅਸੀਂ ਗੁਲਾਮ ਹੋ ਕੇ ਕੰਮ ਕਰਨੇ ਆ, ਝੂਠੇ ਅੰਬੋਆਂ ਗਰੋਹਾਂ ਡਿਨਾਮੀਨੇਸ਼ਨਾਂ ਟੋਲਿਆਂ ਦੇ। ਤੇ ਕਿਉਂ ਨਹੀਂ ਬਈ ਖੁਦਾ ਦੇ ਨਾਲ ਹੀ ਮਿਲ ਕੇ ਕੰਮ ਕਰੀਏ? ਕਿਉਂ ਨਹੀਂ ਮਹਿਸੂਸ ਕਰਦੇ ਕਿ ਸਾਡੇ ਘਰ ਬਾਈਬਲ ਆ ਤੇ ਮੈਂ ਤੇ ਇਹਦੀ ਜਵਾਬਦੇਹੀ ਨਹੀਂ ਪੈਦਾ ਹੋਇਆ ਵਾਂ, ਮੇਰੇ ਕੋਲ ਤੇ ਹਿਸਾਬ ਲਿਆ ਜਾਊ, ਮੇਰੇ ਘਰ ਤੋਂ ਹੀ ਲਿਆ ਜਾਊ। ਘਰ ਤੋਂ ਕਿਸ ਤਰ੍ਹਾਂ ਬਈ? ਇਸਤਿਸ਼ਨਾ ਦੀ ਕਿਤਾਬ 6 ਬਾਬ 4 ਐਤ ਤੋਂ ਪੜ੍ਹੀਏ ਤੇ ਲਿਖਿਆ, ਸੁਣ ਐ ਇਸਰਾਇਲ, ਤੇਰਾ ਰੱਬ ਇੱਕੋ ਹੀ, ਉਹ ਆਪਣੇ ਰੱਬ ਨੂੰ ਪੂਰੇ ਦਿਲੋਂ ਜਾਣ, ਤਾਕਤ ਨਾਲ ਪਿਆਰ ਕਰੀ, ਤੇ ਉਹ ਗੱਲਾਂ ਜਿਹੜੀਆਂ ਵੇਖ ਲਵੇਂ। ਮੈਂ ਜੀ 7 ਵਾਰੀ ਪੜ੍ਹ ਚੁੱਕਿਆ ਜੀ, ਮੈਂ 8 ਵਾਰੀ, ਮੈਂ 10 ਵਾਰੀ ਹਿਫਜ਼ ਕੀਤੀ ਹੈ ਜੀ। ਉਹ ਕਹਿੰਦਾ ਜਿਹੜੀਆਂ ਪੜ੍ਹ ਚੁੱਕੇ ਇਹ ਤੇਰੇ ਦਿਲ ਤੇ ਵੀ ਨਕਸ਼ ਹੈਗੀਆਂ ਕਿ ਸਿਰਫ ਪੜ੍ਹਦਾ ਹੀ ਰਿਹਾ। ਲਿਖਿਆ, ਤੇਰੇ ਦਿਲ ਉੱਤੇ ਨਕਸ਼ ਹੋ ਜਾਣ। ਤੇ ਫਿਰ ਅਗਲਾ ਕੰਮ ਹੈ, ਔਲਾਦ ਦੇ ਜ਼ੇਨ ਨਸ਼ੀਨ ਕਰਵਾ।
ਤੇਰੇ ਦਿਲ ਤੇ ਨਕਸ਼ ਹੋ ਜਾਣ ਤੇ ਔਲਾਦ ਦੇ ਜ਼ੇਨ ਨਸ਼ੀਨ ਕਰਾ। ਘਰ ਬੈਠਿਆ, ਰਾਹ ਚੱਲਦਿਆਂ, ਲੇਟਦਿਆਂ ਤੇ ਉੱਠਦੇ ਵੇਲੇ ਇਹਨਾਂ ਦਾ ਜ਼ਿਕਰ ਕਰੀ, ਇਹਨਾਂ ਦਾ ਜ਼ਿਕਰ। ਕਿਆ ਕਰ ਰਹੇ ਮੈਂ? ਅਮਸਾਲ ਬਾਈ ਬਾਬ 6 ਚ ਲਿਖਿਆ, ਲੜਕੇ ਨੂੰ ਉਸ ਰਾਹ ਤੇ ਲੜਕੇ ਨੂੰ ਉਸ ਰਾਹ ਤੇ ਤਰਬੀਅਤ ਕਰਦੀ ਜਿਸ ਤੇ ਉਸਨੇ ਜਾਣਾ ਹੈ। ਇਹ ਬੁੱਢਾ ਵੀ ਹੋ ਜਾਏਗਾ ਤੇ ਉਸ ਰਾਹ ਤੋਂ ਨਹੀਂ ਪਰਤੇਗਾ। ਇਫਸੀ 6 ਬਾਪ ਉਹਦੀ 4 ਚ ਲਿਖਿਆ, ਔਲਾਦ ਵਾਲੋ ਆਪਣੀ ਔਲਾਦ ਨੂੰ ਦੇਖ ਨਾ ਕਰਿਓ ਬਲਕਿ ਤਰਬੀਅਤ ਤੇ ਨਸੀਹਤ ਦੇ ਕੇ ਤਰਬੀਅਤ ਤੇ ਨਸੀਹਤ ਦੇ ਕੇ ਇਹਨਾਂ ਦੀ ਪਰਵਰਿਸ਼ ਕਰਿਓ। ਪਹਿਲਾ ਪਤਰਸ 2 ਬਾਪ ਉਹਦੀ 2 ਐਤ ਦੇ ਵਿੱਚ ਦੱਸਿਆ ਗਿਆ ਹੈ, ਇਹ ਖਾਲਸ ਰੂਹਾਨੀ ਦੁੱਧ ਦੀ। ਕਿਆ ਇਹ ਬੱਚਿਆਂ ਨੂੰ ਪਿਲਾਇਆ ਹੀ? ਨਾ ਸਾਡੇ ਮਾਂ ਪਿਓ ਨੇ ਸਾਨੂੰ ਪਿਲਾਇਆ ਤੇ ਨਾ ਅਸੀਂ ਬਾਲਾਂ ਨੂੰ ਪਿਲਾਉਣੇ ਪਏ ਹਾਂ। ਇਹ ਖਾਲਸ ਰੂਹਾਨੀ ਦੁੱਧ। ਪਹਿਲਾ ਪਤਰਸ 2 ਬਾਪ 2 ਐਤ। ਨਜ਼ਾਦ ਬੱਚਿਆਂ ਦੀ ਤਰ੍ਹਾਂ ਖਾਲਸ ਰੂਹਾਨੀ ਦੁੱਧ ਦੇ ਮੁਸ਼ਤਾਕ ਕਰਿਓ ਤੇ ਫਿਰ ਇਸ ਦੇ ਜ਼ਰੀਏ ਯਾਨੀ ਕਲਾਮ ਦੇ ਜ਼ਰੀਏ ਨਾ ਤੁਸੀਂ ਖੁਦਾ 'ਚ ਵੱਧ ਜਾਓਗੇ। ਤੇ ਨਾ ਸਿਰਫ ਇਹ ਕਲਾਮ ਬੱਚਿਆਂ ਤੱਕ ਰੱਖਣਾ ਬਲਕਿ ਇਸ਼ਤਿਸ਼ਨਾ ਦੀ ਕਿਤਾਬ ਜਿਸ ਵੇਲੇ 4 ਬਾਪ ਤੇ 9 ਐਤ ਤੋਂ ਪੜ੍ਹਦੇ ਆ ਤੇ ਲਿਖਿਆ, ਬੜੀ ਇhtiyਾਤ ਕਰੀ ਤੇ ਉਹ ਗੱਲ ਜਿਹੜੀ ਤੇਰੀ ਅੱਖ ਵੇਖ ਲਵੇ, ਅੱਖ, ਉਹ ਆਪਣੇ ਬੱਚਿਆਂ ਨੂੰ ਦੱਸੀ, ਆਪਣੇ ਪੋਤਰੇ ਪਾਤਰੀਆਂ ਨੂੰ ਦੱਸੀ। ਉਹ ਗੱਲ ਉਹ ਕਦੀ ਬੱਚੇ ਦਾ ਬਪਤਿਸਮਾ ਵਿੱਚੋਂ ਲੱਭਿਆ? ਇਹ ਤੇ ਝੂਠੀਆਂ ਤਨਜ਼ੀਮਾਂ ਦੀਆਂ ਗੱਲਾਂ ਨੇ। ਇਹ ਤੇ ਉਹ ਤਾਲੀਮ ਹੈ ਜਿਹਦੇ ਬਾਰੇ ਪਹਿਲਾ ਤਿਮੋਥੀ 6 ਬਾਪ 3 ਚ ਲਿਖਿਆ ਹੈ, ਅਗਰ ਕੋਈ ਬੰਦਾ ਔਰ ਤਰ੍ਹਾਂ ਦੀ ਤਾਲੀਮ ਦਿੰਦਾ ਤੇ ਜਿਹੜੀਆਂ ਗੱਲਾਂ ਖੁਦਾਵੰਦ ਯਿਸੂ ਮਸੀਹ ਦੀਆਂ ਨੇ ਉਹਨਾਂ ਨੂੰ ਕਬੂਲ ਨਹੀਂ ਕਰਦਾ, ਜਿਹੜੀਆਂ ਦੀਨਦਾਰੀ ਦੇ ਮੁਤਾਬਕ ਉਹਨਾਂ ਨੂੰ ਨਹੀਂ ਕਬੂਲ ਕਰਦਾ, ਉਹਦੇ ਬਾਰੇ ਲਿਖਿਆ ਉਹ ਮਗਰੂਰ ਹੈ, ਘਮੰਡੀ ਹੈ, ਉਹਦੀ ਅਕਲ ਵਿਗੜੀ ਹੋਈ ਹੈ। ਕੈਸੇ ਲੋਕਾਂ ਦੇ ਮਗਰ ਲੱਗੇ ਜਿਹਨਾਂ ਦੀ ਅਕਲ ਵਿਗੜੀ ਹੋਈ। ਤੇ ਆਓ ਅੱਜ ਹੋਸ਼ ਕਰੀਏ ਕਲਾਮ ਸਾਡੇ ਘਰਾਂ 'ਚ। ਯਸਾਇਆ 48 ਬਾਪ ਉਹਦੀ 20 ਐਚ ਲਿਖਿਆ, ਬਾਬਲ 'ਚੋਂ ਨਿਕਲਿਓ, ਕਸਤੀਆਂ ਦੇ ਦਰਮਿਆਨ 'ਚੋਂ ਭੱਜਿਓ। ਬਾਬਲ 'ਚੋਂ ਨਿਕਲਿਓ। ਇਹ ਝੂਠੇ ਅੰਬੋ ਗੁਰੂ ਡਿਨਾਮੀਨੇਸ਼ਨਾਂ ਟੋਲੇ, ਇਹ ਬਾਬਲ ਹੈ। ਕਿਉਂਕਿ ਪਹਿਲਾ ਕਰੰਥੀਓਂ ਅਸੀਂ 7 ਬਾਪ 23 ਐਤ ਨੂੰ ਪੜ੍ਹ ਚੁੱਕੇ ਹਾਂ। ਲਿਖਿਆ ਏ, ਤੁਸੀਂ ਕੀਮਤ ਨਾ ਖਰੀਦੇ ਗਏ, ਬੰਦਿਆਂ ਦੇ ਗੁਲਾਮ ਨਾ ਬਣਿਓ। ਤੇ ਇਹੋ ਹੀ ਗੁਲਾਮੀ ਬਾਬਲ ਹੈ, ਗੁਲਾਮੀ ਬਾਬਲ ਹੈ ਭਰਾਓ। ਯਸਾਇਆ 48 ਬਾਪ 20 ਚ ਲਿਖਿਆ, ਬਾਬਲ 'ਚੋਂ ਨਿਕਲੋ, ਕਸਤੀਆਂ ਦੇ ਦਰਮਿਆਨ 'ਚੋਂ ਭੱਜਿਓ, ਨਗਮਾਂ ਦੀ ਆਵਾਜ਼ ਨਾ ਗਾਇਓ ਤੇ ਬਿਆਨ ਕਰਿਓ। ਤੇ ਕਹਿੰਦਾ ਗਾ ਕੇ ਬਿਆਨ ਕਰਿਓ ਤੇ ਉਸ ਨੂੰ ਮਸ਼ਹੂਰ ਕਰਿਓ ਤੇ ਉਹਦੀਆਂ ਖਬਰਾਂ ਜ਼ਮੀਨ ਦੇ ਕਿਨਾਰਿਆਂ ਤੱਕ ਪਹੁੰਚਾ ਦਿਓ। ਉਹਦੀਆਂ ਖਬਰਾਂ ਯਾਨੀ ਬਾਈਬਲ ਦੀਆਂ ਗੱਲਾਂ ਜ਼ਮੀਨ ਦੇ ਕਿਨਾਰਿਆਂ ਤੱਕ ਪਹੁੰਚਾ ਦਿਓ ਤੇ ਕਹਿੰਦੇ ਜਾਇਓ ਕਿ ਖੁਦਾ ਨੇ ਆਪਣੇ ਖਾਦਮ ਯਕੂਬ ਦਾ ਫਿਦਿਆ ਦਿੱਤਾ। ਸੋ ਭਲੇ ਉਹਦੀ ਮਰਜ਼ੀ ਨੂੰ ਜਾਣੋ ਤੇ ਜ਼ਮੀਨ ਦੇ ਕਿਨਾਰਿਆਂ ਤੱਕ ਸਾਡੀ ਮਨਾਦੀ ਚਾਹੁੰਦਾ ਹੈ। ਇਸੇ ਕਰਕੇ ਦੂਸਰਾ ਕਰੰਥੀਓ 2 ਬਾਪ ਉਹਦੀ 14 ਐਤ ਨੂੰ ਪੜ੍ਹੀਏ ਤੇ ਲਿਖਿਆ, ਉਹ ਸੀਰਾਂ ਦੀ ਤਰ੍ਹਾਂ ਗਸ਼ਤ ਕਰਵਾਉਂਦਾ ਹੈ, ਅਸੀਰਾਂ ਦੀ ਤਰ੍ਹਾਂ ਗਸ਼ਤ ਕਰਵਾਉਂਦਾ ਹੈ ਤਾਂ ਕਿ ਆਪਣੇ ਕਲਾਮ ਤੇ ਇਲਮ ਦੀ ਖੁਸ਼ਬੂ ਨੂੰ ਸਾਡੇ ਵਸੀਲੇ ਦੁਨੀਆ ਤੱਕ ਫੈਲਾ ਲਵੇ। ਤੇ ਆਓ ਅੱਜ ਵੇਲਾ ਹੈ ਫੈਲਾ ਲਈਏ, ਚੰਗੇ ਰਹਿ ਜਾਵਾਂਗੇ। ਖੁਦਾ ਨੇ ਮੌਕਾ ਦਿੱਤਾ ਹੈ, ਇਹ ਵੇਲਾ, ਇਹ ਘੜੀਆਂ, ਇਹ ਮੌਕਾ ਬਾਰ-ਬਾਰ ਕੋਈ ਨਹੀਂ ਆਉਣਾ। ਅਸੀਂ ਫੁੱਲ ਦੀ ਤਰ੍ਹਾਂ ਨਿਕਲੇ ਹੋਏ ਹਾਂ, ਕੱਟੇ ਜਾਣਾ ਹੈ। ਸਾਏ ਦੀ ਤਰ੍ਹਾਂ ਸਾਡਾ ਹਾਲ ਹੈ, ਫਿਰ ਠਹਿਰਨਾ ਕੋਈ ਨਹੀਂ। ਤੇ ਇਸ ਕਰਕੇ ਹੁਣੇ ਹੀ ਮੌਕਾ ਹੈ। ਤੇ ਆਓ ਫਿਰ ਜਿਸ ਤਰ੍ਹਾਂ ਰਸੂਲ ਕਹਿੰਦਾ ਹੈ, ਲੂਕਾ ਪਹਿਲਾ ਬਾਪ ਉਹਦੀ 1 ਐਚ ਲਿਖਿਆ, ਹੁਣ ਬਹੁਤ ਸਾਰੇ ਲੋਕਾਂ ਨੇ ਕਮਰ ਨੂੰ ਬੰਨ੍ਹ ਲਿਆ ਹੈ ਕਿ ਜਿਸ ਤਰ੍ਹਾਂ ਤਰਤੀਬਵਾਰ ਕਲਾਮ ਹੈਗਾ ਉਸ ਤਰ੍ਹਾਂ ਬਿਆਨ ਕਰ ਲਈਏ ਤੇ ਕਰ ਲਈਏ, ਆਪਣੇ ਮੂੰਹ ਨੂੰ ਖੋਲ ਲਈਏ। ਅਮਸਾਲ 23 ਬਾਪ 16 ਐਚ ਲਿਖਿਆ ਹੈ, ਜਦੋਂ ਤੇਰੇ ਮੂੰਹ 'ਚੋਂ ਸੱਚੀਆਂ ਗੱਲਾਂ ਨਿਕਲਣਗੀਆਂ, ਰੱਬ ਕਹਿੰਦਾ ਉਸ ਵੇਲੇ ਮੇਰਾ ਦਿਲ ਖੁਸ਼ ਹੋਣਾ ਹੈ। ਤੇ ਆਓ ਕਰ ਲਈਏ ਭਰਾਓ, ਚੰਗੇ ਰਹਿ ਜਾਣਗੇ। ਖੁਦਾ ਤੈਨੂੰ ਬਰਕਤ ਦੇਵੇ।